ਹਾਂਜੀ ਮੇਰੇ ਪਿਆਰੇ ਵਿਦਿਆਰਥੀਓ, ਅੱਜ ਆਪਾਂ ਗੱਲ ਕਰ ਰਹੇ ਹਾਂ ਸੁਹਾਗ ਦੇ ਅਗਲੇ ਸਿਰਲੇਖ ਹਰੀਏ ਨੀ ਰਸ ਭਰੀਏ ਖੰਜੂਰੇ। ਇਸ ਸਿਰਲੇਖ ਦੇ ਵਿੱਚ ਦੋ ਕੁੜੀਆਂ ਨੇ ਆਪਸ ਵਿੱਚ ਦੀ ਗੱਲ ਕਰਦੀਆਂ ਨੇ। ਇੱਕ ਪਹਿਲਾਂ ਵਿਆਹੀ ਹੋਈ ਕੁੜੀ ਹੈ ਤੇ ਇੱਕ ਹੁਣ ਸੱਜ ਵਿਆਹੀ ਹੈ, ਜਿਸ ਦਾ ਹਜੇ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ। ਤਾਂ ਪਹਿਲਾਂ ਵਿਆਹੀ ਹੋਈ ਕੁੜੀ ਦੂਸਰੀ ਕੁੜੀ ਨੂੰ ਪੁੱਛਦੀ ਹੈ ਕਿ ਉਸਨੂੰ ਇੰਨੀ ਦੂਰ ਕਿਸ ਨੇ ਵਿਆਹ ਦਿੱਤਾ। ਤਾਂ ਅੱਗੋਂ ਜਿਹੜੀ ਹੈ ਨਵ ਵਿਆਹੀ ਕੁੜੀ ਉਹ ਉਸਨੂੰ ਅੱਗੋਂ ਜਵਾਬ ਦਿੰਦੀ ਹੈ। ਤੁਹਾਨੂੰ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਇਹ ਦੱਸ ਦਿੰਦੀ ਹਾਂ ਕਿ ਜਿਹੜਾ ਇੰਨੀ ਦੂਰ ਵਿਆਹੁਣਾ ਉਸ ਸਮੇਂ ਦੀ ਗੱਲ ਹੈ ਜਦ ਆਵਾਜਾਈ ਦੇ ਸਾਧਨ ਬਹੁਤੇ ਨਹੀਂ ਸਨ। ਲੋਕ ਆਮ ਕਰਕੇ ਬੈਲ ਗੱਡੀਆਂ ਤੇ ਸਾਈਕਲਾਂ ਤੇ ਜਾਂ ਫਿਰ ਕੋਈ ਟਾਵੀਂ ਬੱਸ ਹੀ ਆਉਂਦੀ ਸੀ ਜੋ ਕਿਸੇ ਟਾਈਮ ਹੀ ਆਪਣਾ ਜਿਹੜਾ ਹੈਗਾ ਸ਼ਹਿਰ ਦੇ ਵਿੱਚੋਂ ਨਿਕਲਦੀ ਸੀ। ਤਾਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਤੇ ਨਾਲ ਹੀ ਦੂਜੀ ਗੱਲ ਕਿ ਸੁਨੇਹਾ ਦੇਣਾ, ਜਿੱਦਾਂ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲੇ ਫੋਨ ਨੇ, ਉਸ ਸਮੇਂ ਜਿਹੜਾ ਹੈਗਾ ਸੁਨੇਹਾ ਦੇਣਾ ਵੀ ਕਿਸੇ ਲਾਗੀ ਨੂੰ ਭੇਜਿਆ ਜਾਂਦਾ ਸੀ ਜਾਂ ਕਿਸੇ ਹੋਰ ਵਿਅਕਤੀ ਨੂੰ ਜਿਹੜਾ ਹੈਗਾ ਉਸ ਦੇ ਹੱਥ ਜਿਹੜਾ ਸੁਨੇਹਾ ਉਹ ਭੇਜਿਆ ਜਾਂਦਾ ਸੀ। ਤਾਂ ਇਸ ਕਰਕੇ ਜਿਹੜਾ ਹੈਗਾ ਉਸ ਸਮੇਂ ਕੁੜੀਆਂ ਨੂੰ ਦੂਰ ਵਿਆਹੁਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ, ਕਿਉਂਕਿ ਫਿਰ ਉਹਨਾਂ ਲਈ ਸਮਾਂ ਕੱਢਣਾ ਬੜਾ ਮੁਸ਼ਕਿਲ ਹੋ ਜਾਂਦਾ ਸੀ। ਇੱਕ ਤਾਂ ਉਹਨਾਂ ਸਮਿਆਂ ਦੇ ਵਿੱਚ ਸਾਰੇ ਕੰਮ ਹੱਥੀਂ ਕਰਨੇ ਪੈਂਦੇ ਸੀ, ਕੋਈ ਮਸ਼ੀਨਰੀ ਨਹੀਂ ਸੀ ਲੋਕਾਂ ਕੋਲੇ, ਆਮ ਇੰਨਾ ਸਮਾਂ ਨਹੀਂ ਸੀ ਕਿ ਉਹ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਜਾ ਕੇ ਕੁਝ ਸਮਾਂ ਬਿਤਾ ਸਕਣ ਜਾਂ ਕਿਸੇ ਦੇ ਸੁੱਖ ਦੁੱਖ ਦੇ ਵਿੱਚ ਜ਼ਿਆਦਾ ਟਾਈਮ ਸਾਂਝੇ ਵਾਲੀ ਹੋ ਸਕਣ। ਤਾਂ ਹੁਣ ਇੱਥੇ ਉਹ ਗੱਲ ਕਰਦੀਆਂ ਨੇ ਆਪਸ ਵਿੱਚ ਦੀ, ਤਾਂ ਉਹ ਤੁਹਾਡੇ ਹੁਣ ਰੂਬਰੂ ਕਰਦੇ ਹਾਂ। ਕਹਿੰਦੇ ਹਰੀਏ ਨੀ ਰਸ ਭਰੀਏ ਖੰਜੂਰੇ, ਕਿੰਨੇ ਦਿੱਤਾ ਐਡੀ ਦੂਰੇ। ਬਾਬਲ ਮੇਰਾ ਦੇਸਾਂ ਦਾ ਰਾਜਾ, ਉਸ ਦਿੱਤਾ ਐਡੀ ਦੂਰੇ। ਮਾਤਾ ਮੇਰੀ ਮਹਿਲਾਂ ਦੀ ਰਾਣੀ, ਦੀ ਦਾਜ ਦਿੱਤਾ ਗੱਡ ਪੂਰੇ। ਤਾਂ ਹੁਣ ਉਹ ਗੱਲ ਕਰਦੀ ਹੈ। ਪਹਿਲਾ ਸਵਾਲ ਹੈ ਹਰੀਏ ਨੀ ਰਸ ਭਰੀਏ ਖੰਜੂਰੇ, ਕਿੰਨੇ ਦਿੱਤਾ ਐਡੀ ਦੂਰੇ। ਇਹਦੇ ਵਿੱਚ ਪਹਿਲੀ ਕੁੜੀ ਸਵਾਲ ਕਰਦੀ ਹੈ ਤੇ ਹੁਣ ਨਵ ਵਿਆਹੀ ਜਿਹੜੀ ਹੈ ਉਹ ਜਵਾਬ ਦਿੰਦੀ ਹੈ, ਬਾਬਲ ਮੇਰਾ ਦੇਸਾਂ ਦਾ ਰਾਜਾ, ਉਸ ਦਿੱਤਾ ਐਡੀ ਦੂਰੇ। ਮਾਤਾ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ। ਤਾਂ ਇਸ ਦੇ ਵਿੱਚ ਨਵ ਵਿਆਹੀ ਕੁੜੀ ਤੇ ਉਸ ਦੀ ਪੁਰਾਣੀ ਸਹੇਲੀ ਜਦੋਂ ਆਪਸ ਵਿੱਚ ਮਿਲਦੀਆਂ ਨੇ, ਉਹ ਆਪਸ ਵਿੱਚ ਗੱਲ ਕਰਦੀਆਂ ਨੇ। ਤਾਂ ਪਹਿਲੀ ਕਹਿੰਦੀ ਹੈ ਕਿ ਤੈਨੂੰ ਇੰਨੀ ਦੂਰ ਕਿਸ ਨੇ ਵਿਆਹ ਦਿੱਤਾ। ਤਾਂ ਅੱਗੋਂ ਦੂਜੀ ਕੁੜੀ ਜਵਾਬ ਦਿੰਦੀ ਹੈ ਕਿ ਬਾਬਲ ਮੇਰਾ, ਕਿ ਮੇਰੇ ਪਿਤਾ ਨੇ ਜੋ ਦੇਸਾਂ ਦਾ ਰਾਜਾ ਹੈ, ਜੋ ਮੇਰੇ ਘਰ ਦਾ ਰਾਜਾ ਹੈ, ਉਸ ਨੇ ਮੈਨੂੰ ਇੰਨੀ ਦੂਰ ਵਿਆਹਿਆ ਕਿਉਂਕਿ ਉਸ ਨੇ ਮੇਰੀ ਪਸੰਦ ਦਾ ਘਰ ਲੱਭ ਕੇ ਮੈਨੂੰ ਇੱਥੇ ਵਿਆਹਿਆ ਹੈ। ਅਤੇ ਨਾਲ ਹੀ ਉਹ ਹੀ ਕਹਿੰਦੀ ਹੈ ਕਿ ਜਿਹੋ ਜਿਹਾ ਘਰ ਮੈਂ ਚਾਹੁੰਦੀ ਸੀ, ਜਿਹੋ ਜਿਹਾ ਘਰ ਮੇਰਾ ਪਰਿਵਾਰ ਚਾਹੁੰਦਾ ਸੀ, ਉਹਨਾਂ ਨੇ ਇੱਕ ਚੰਗਾ ਖਾਨਦਾਨ, ਚੰਗਾ ਪਰਿਵਾਰ ਦੇਖ ਕੇ ਮੈਨੂੰ ਇੰਨੀ ਦੂਰ ਵਿਆਹਿਆ ਹੈ। ਮਤਲਬ ਕਿ ਉਹਨੂੰ ਉਸ ਲਈ ਕੋਈ ਨੇੜੇ ਦਾ ਕੋਈ ਇੱਦਾਂ ਦਾ ਰਿਸ਼ਤਾ ਉਸਨੂੰ ਨਹੀਂ ਮਿਲਿਆ। ਤਾਂ ਕਰਕੇ ਉਸ ਦਾ ਕਾਰਨ ਇਹੀ ਸੀ ਕਿ ਦੂਰ ਉਹਨਾਂ ਨੂੰ ਇੱਕ ਪਰਿਵਾਰ ਇਹੋ ਜਿਹਾ ਮਿਲ ਗਿਆ ਜਿਹੜੀਆਂ ਉਹਨਾਂ ਦੀ ਕੁੜੀ ਦੀਆਂ ਇੱਛਾਵਾਂ ਦੇ ਅਨੁਸਾਰ ਪੂਰਾ ਉਤਰਦਾ ਸੀ ਅਤੇ ਇੱਕ ਬਾਪ ਦੀ ਇੱਛਾ ਦੇ ਅਨੁਸਾਰ ਵੀ ਪੂਰਾ ਉਤਰਦਾ ਸੀ। ਇਸ ਕਰਕੇ ਉਹਨਾਂ ਨੇ ਉਸਨੂੰ ਇੰਨੀ ਦੂਰ ਵਿਆਹ ਦਿੱਤਾ। ਅਤੇ ਨਾਲ ਹੀ ਕਹਿੰਦੀ ਮਾਤਾ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ। ਉਹ ਕਹਿੰਦੀ ਮੇਰੇ ਪਰਿਵਾਰ ਨੇ ਮੇਰਾ ਵਿਆਹ ਖੁਸ਼ੀ ਨਾਲ ਇੱਥੇ ਕੀਤਾ ਹੈ ਅਤੇ ਨਾਲ ਹੀ ਮੈਨੂੰ ਢੇਰ ਸਾਰਾ ਦਹੇਜ ਵੀ ਦਿੱਤਾ ਹੈ। ਮੇਰੀ ਮਾਂ ਨੇ ਆਪਣੇ ਹੱਥੀਂ ਬਣਾਇਆ ਹੋਇਆ ਸਮਾਨ ਖੁਸ਼ੀ ਮੈਨੂੰ ਉਹ ਸਾਰਾ ਕੁਝ ਦੇ ਕੇ ਇਸ ਸਹੁਰੇ ਪਰਿਵਾਰ ਵਿੱਚ ਤੋਰਿਆ। ਫਿਰ ਅਗਲਾ ਸਵਾਲ ਫਿਰ ਕਰਦੀ ਹੈ ਹਰੀਏ ਨੀ ਰਸ ਭਰੀਏ ਖੰਜੂਰੇ, ਕਿੰਨੇ ਦਿੱਤਾ ਐਡੀ ਦੂਰੇ। ਚਾਚਾ ਮੇਰਾ ਦੇਸਾਂ ਦਾ ਰਾਜਾ, ਉਸ ਦਿੱਤਾ ਐਡੀ ਦੂਰੇ। ਚਾਚੀ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ। ਤਾਂ ਇੱਥੇ ਫਿਰ ਉਹੀ ਵਾਰਤਾਲਾਪ ਹੁੰਦੀ ਹੈ ਜਿਸ ਦੇ ਵਿੱਚ ਚਾਚੇ ਨੂੰ ਸੰਬੋਧਨ ਕੀਤਾ ਗਿਆ ਅਤੇ ਉਹ ਕਹਿੰਦੀ ਹੈ ਕਿ ਵੀ ਤੈਨੂੰ ਇੰਨੀ ਦੂਰ ਕਿਸ ਨੇ ਵਿਆਹ ਦਿੱਤਾ। ਤਾਂ ਉਹ ਕਹਿੰਦੀ ਹੈ ਕਿ ਮੇਰਾ ਚਾਚਾ ਹੈ, ਮਤਲਬ ਮੇਰੇ ਪਿਤਾ ਦੀ ਇਕੱਲੇ ਦੀ ਇੱਛਾ ਨਹੀਂ ਸੀ, ਇਕੱਲਿਆਂ ਨੇ ਉਹ ਇਹ ਸਾਰਾ ਕੁਝ ਨਹੀਂ ਕੀਤਾ, ਮਤਲਬ ਸਾਡੇ ਪਰਿਵਾਰ ਦੇ ਸਮੂਹ ਮੈਂਬਰਾਂ ਦੀ ਜਿਹੜੀ ਹੈਗੀ ਰਜ਼ਾਮੰਦੀ ਨਾਲ ਮੇਰਾ ਇੱਥੇ ਵਿਆਹ ਕੀਤਾ ਗਿਆ। ਤਾਂ ਫਿਰ ਉਹ ਕੀ ਕਹਿੰਦੀ ਹੈ, ਚਾਚਾ ਮੇਰਾ ਦੇਸਾਂ ਦਾ ਰਾਜਾ, ਉਸ ਦਿੱਤਾ ਐਡੀ ਦੂਰੇ। ਚਾਚੀ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ। ਤਾਂ ਇੱਥੇ ਉਹ ਕੀ ਕਹਿੰਦੀ ਹੈ ਕਿ ਜਿਹੜਾ ਮੇਰੇ ਪਰਿਵਾਰ ਦੇ ਹੋਰ ਮੈਂਬਰ ਨੇ, ਜਿਵੇਂ ਕਿ ਚਾਚਾ ਅਤੇ ਚਾਚੀ, ਉਹਨਾਂ ਦੀ ਸਹਿਮਤੀ ਨਾਲ ਮੇਰਾ ਇੱਥੇ ਵਿਆਹ ਹੋਇਆ ਹੈ ਅਤੇ ਉਹਨਾਂ ਨੇ ਵੀ ਆਪਣੀਆਂ ਖੁਸ਼ੀਆਂ ਦੇ ਵਿੱਚੋਂ ਬਹੁਤ ਸਾਰਾ ਜਿਹੜਾ ਦਹੇਜ ਹੈ ਉਹ ਗੱਡੇ ਭਰ ਕੇ ਮੈਨੂੰ ਨਾਲ ਦੇ ਕੇ ਇੱਥੇ ਤੋਰਿਆ ਹੈ। ਫਿਰ ਉਹ ਸਵਾਲ ਕਰਦੀ ਹੈ ਹਰੀਏ ਨੀ ਰਸ ਭਰੀਏ ਖੰਜੂਰੇ, ਕਿਹਨੇ ਦਿੱਤਾ ਐਡੀ ਦੂਰੇ।
ਮਾਮਾ ਮੇਰਾ ਦੇਸਾਂ ਦਾ ਰਾਜਾ, ਉਸ ਦਿੱਤਾ ਐਡੀ ਦੂਰੇ। ਮਾਮੀ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ। ਤਾਂ ਫਿਰ ਉਹ ਕੀ ਕਹਿੰਦੀ ਹੈ ਕਿ ਮੇਰੇ ਦਾਦਕੇ ਪਰਿਵਾਰ ਦੇ ਨਾਲ ਨਾਲ ਮੇਰੇ ਨਾਨਕੇ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਵੀ ਪੂਰਨ ਸਹਿਮਤੀ ਦੇ ਨਾਲ ਜਿਹੜਾ ਹੈ ਇਹ ਰਿਸ਼ਤਾ ਹੋਇਆ ਹੈ ਅਤੇ ਮੈਨੂੰ ਇਸ ਜਗ੍ਹਾ 'ਤੇ ਵਿਆਹਿਆ ਗਿਆ ਹੈ, ਜਿਸ ਦੇ ਵਿੱਚ ਮੇਰੇ ਮਾਮਾ ਜਿਹੜਾ ਹੈਗਾ ਉਹ ਦੇਸ਼ਾਂ ਦਾ ਰਾਜਾ ਹੈ, ਅਤੇ ਨਾਲ ਹੀ ਕਹਿੰਦੀ ਮੇਰੀ ਮਾਮੀ ਜਿਸ ਨੇ ਬਹੁਤ ਸਾਰਾ ਦਹੇਜ ਜਿਹੜਾ ਹੈਗਾ ਗੱਡੇ ਭਰ ਕੇ ਮੈਨੂੰ ਇੱਥੇ ਦਿੱਤਾ ਹੈ, ਤਾਂ ਉਹਨਾਂ ਨੇ ਖੁਸ਼ੀ ਮੈਨੂੰ ਇੱਥੇ ਤੋਰਿਆ ਹੈ, ਮੇਰੀਆਂ ਖੁਸ਼ੀਆਂ ਦੇ ਲਈ ਮੈਨੂੰ ਇਸ ਘਰੇ ਜਾਂ ਇੰਨੀ ਦੂਰ ਵਿਆਹਿਆ ਹੈ। ਤਾਂ ਇੱਥੇ ਹੀ ਜਿਹੜੀ ਆਪਣੀ ਇਹ ਰਚਨਾ ਹੈ ਇਹ ਖਤਮ ਹੁੰਦੀ ਹੈ। ਤਾਂ ਇਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਬਾਬਲ ਦੀ, ਪਿਤਾ ਦੀ ਅਤੇ ਚਾਚੇ ਦੀ ਅਤੇ ਮਾਮੇ ਦੀ। ਮਤਲਬ ਕਿ ਉਸ ਕੁੜੀ ਦੁਆਰਾ ਦੱਸਿਆ ਜਾਂਦਾ ਹੈ ਕਿ ਉਸ ਨੂੰ ਇੱਥੇ ਇੰਨੀ ਦੂਰ ਵਿਆਹੁਣ ਦਾ ਕਾਰਨ ਸਿਰਫ ਇਹੀ ਹੈ ਕਿ ਉਸ ਨੂੰ ਇੱਕ ਚੰਗਾ ਪਰਿਵਾਰ ਚਾਹੀਦਾ ਸੀ, ਜਿਹੋ ਜਿਹਾ ਪਰਿਵਾਰ ਉਹ ਖੁਦ ਚਾਹੁੰਦੀ ਸੀ ਅਤੇ ਜਿਹੋ ਜਿਹਾ ਪਰਿਵਾਰ ਉਹ ਉਸਦੇ ਪਿਤਾ ਚਾਹੁੰਦੇ ਸੀ, ਉਹ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਇੱਥੇ ਵਿਆਹੀ ਗਈ ਹੈ, ਅਤੇ ਜਿਸ ਦੇ ਵਿੱਚ ਚਾਚਿਆਂ ਦੀ ਵੀ ਸਹਿਮਤੀ ਹੈ ਅਤੇ ਉਸਦੇ ਨਾਨਕੇ ਪਰਿਵਾਰ ਦੀ ਵੀ ਸਹਿਮਤੀ ਹੈ। ਮਤਲਬ ਇੰਨੀ ਦੂਰ ਵਿਆਹੁਣ ਦਾ ਫੈਸਲਾ ਨਾ ਤਾਂ ਖੁਦ ਦਾ ਉਸਦਾ ਹੈ ਅਤੇ ਨਾ ਹੀ ਸਿਰਫ ਉਸਦੇ ਪਿਤਾ ਦਾ ਹੈ। ਮਤਲਬ ਇਹ ਰਿਸ਼ਤਾ ਜਿਹੜਾ ਤੈਅ ਹੋਇਆ ਹੈ ਉਹ ਪੂਰੇ ਪਰਿਵਾਰ ਦੀ ਸਹਿਮਤੀ ਦੇ ਨਾਲ ਇਹ ਰਿਸ਼ਤਾ ਤੈਅ ਹੋਇਆ ਹੈ, ਅਤੇ ਇੱਕ ਚੰਗਾ ਪਰਿਵਾਰ ਦੇਖ ਕੇ ਤਾਂ ਕਰਕੇ ਹੀ ਇਹ ਜਿਹੜਾ ਰਿਸ਼ਤਾ ਹੈ ਉਹ ਤੈਅ ਹੋਇਆ ਹੈ। ਤਾਂ ਹੁਣ ਅੱਗੇ ਦੇ ਥੋੜ੍ਹੇ ਛੋਟੇ ਪ੍ਰਸ਼ਨ ਹੈ। ਹਰੀਏ ਨੀ ਰਸ ਭਰੀਏ ਖੰਜੂਰੇ, ਲੋਕ ਗੀਤ ਦਾ ਰੂਪ ਕੀ ਹੈ? ਤਾਂ ਇਹ ਸੁਹਾਗ ਰੂਪ ਹੈ। ਹਰੀਏ ਨੀ ਰਸ ਭਰੀਏ ਖੰਜੂਰੇ ਗੀਤ ਕਿਸ ਨੂੰ ਸੰਬੋਧਨ ਕੀਤਾ ਜਾਂਦਾ ਹੈ? ਰੂਪਵਤੀ ਨਵ ਵਿਆਹੀ ਕੁੜੀ ਨੂੰ। ਠੀਕ ਹੈ, ਮਤਲਬ ਇੱਕ ਪਹਿਲਾਂ ਵਿਆਹੀ ਹੋਈ ਕੁੜੀ ਅਤੇ ਇੱਕ ਜਿਹੜੀ ਹੁਣ ਨਵ ਵਿਆਹੀ ਜਿਹੜੀ ਸੱਜਰੀ ਵਿਆਹੀ ਹੈ ਉਸ ਨੂੰ ਸੰਬੋਧਨ ਕੀਤਾ ਜਾਂਦਾ ਹੈ। ਹਰੀਏ ਨੀ ਰਸ ਭਰੀਏ ਖੰਜੂਰੇ, ਸੁਹਾਗ ਵਿੱਚ ਕੁੜੀ ਆਪਣੇ ਬਾਬਲ, ਚਾਚੇ, ਮਾਮੇ ਲਈ ਕਿਹੜੇ ਸ਼ਬਦ ਵਰਤਦੀ ਹੈ? ਉਹ ਉਸ ਨੂੰ ਦੇਸਾਂ ਦਾ ਰਾਜਾ ਕਹਿ ਕੇ ਸੰਬੋਧਨ ਕਰਦੀ ਹੈ। ਅੱਗੇ ਹੈ ਹਰੀਏ ਨੀ ਰਸ ਭਰੀਏ ਖੰਜੂਰੇ, ਸੁਹਾਗ ਵਿੱਚ ਕੁੜੀ ਆਪਣੀ ਮਾਂ, ਚਾਚੀ, ਮਾਮੀ ਲਈ ਕਿਹੜੇ ਸ਼ਬਦ ਵਰਤਦੀ ਹੈ? ਤਾਂ ਉਹਨਾਂ ਨੂੰ ਉਹ ਰਾਣੀ ਕਹਿ ਕੇ ਸੰਬੋਧਨ ਕਰਦੀ ਹੈ। ਕੁੜੀ ਕਿੱਥੇ ਵਿਆਹੀ ਗਈ ਸੀ? ਦੂਰ ਵਿਆਹੀ ਗਈ ਸੀ। ਵਿਆਹੀ ਗਈ ਕੁੜੀ ਨੂੰ ਕਿੰਨਾ ਦਾਜ ਦਿੱਤਾ ਗਿਆ? ਗੱਡੇ ਭਰ ਕੇ, ਗੱਡ ਪੂਰੇ ਮਤਲਬ ਗੱਡੇ ਭਰ ਕੇ। ਗੱਡੇ ਜਿਹੜੇ ਹੁੰਦੇ ਆ ਉਹ ਬਲਦ ਗੱਡੀ ਵਾਲੇ ਗੱਡੇ ਹੁੰਦੇ ਆ, ਤਾਂ ਪੁਰਾਣੇ ਸਮਿਆਂ ਦੇ ਵਿੱਚ ਸਿਰਫ ਉਹ ਹੀ ਚੱਲਦੇ ਸੀ, ਇਸ ਕਰਕੇ ਉਹਨਾਂ ਨੇ ਗੱਡ ਪੂਰੇ ਕਿਹਾ ਹੈ। ਹਰੀਏ ਨੀ ਰਸ ਭਰੀਏ ਖੰਜੂਰੇ ਲੋਕ ਗੀਤ ਵਿੱਚ ਕੁੜੀ ਦੇ ਕਿੰਨਾ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ। ਤਾਂ ਹੁਣ ਇਹ ਵੀ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਇਸ ਗੀਤ ਦੇ ਵਿੱਚ ਕਿਹੜੇ ਰਿਸ਼ਤੇ ਆ ਜਿਨ੍ਹਾਂ ਨੂੰ ਸੰਬੋਧਨ ਕੀਤਾ ਗਿਆ? ਤਾਂ ਪਹਿਲਾ ਸੀ ਬਾਬਲ, ਫਿਰ ਚਾਚਾ, ਉਸ ਤੋਂ ਬਾਅਦ ਮਾਮਾ। ਤਾਂ ਮਤਲਬ ਇਸ ਦੇ ਵਿੱਚ ਦਾਦਕੇ ਅਤੇ ਨਾਨਕੇ ਪਰਿਵਾਰ ਉਹਨਾਂ ਨੇ ਦੋਨੇ ਹੀ ਸ਼ਾਮਿਲ ਕੀਤੇ ਆ। ਇੱਥੇ ਜਿਹੜੀ ਹੈਗੀ ਆ ਅੱਜ ਦੀ ਰਚਨਾ ਆਪਣੀ ਇਹ ਪੂਰੀ ਹੁੰਦੀ ਆ। ਤਾਂ ਇਸ ਨੂੰ ਕੋਸ਼ਿਸ਼ ਕਰਿਓ ਕਿ ਦੁਬਾਰਾ ਧਿਆਨ ਨਾਲ ਪੜ੍ਹ ਕੇ ਅਤੇ ਇਹਨਾਂ ਦੇ ਵਿਚਲੇ ਰਿਸ਼ਤਿਆਂ ਨੂੰ ਜ਼ਰੂਰ ਯਾਦ ਰੱਖ ਲਿਓ ਕਿ ਇਹਨਾਂ ਵਿੱਚ ਕਿਹੜੇ ਰਿਸ਼ਤਿਆਂ ਦੀ ਗੱਲ ਕੀਤੀ ਹੈ। ਕੁਝ ਰਚਨਾਵਾਂ ਨੇ ਜਿਨ੍ਹਾਂ ਦੇ ਵਿੱਚ ਸਿਰਫ ਚਾਚੇ ਅਤੇ ਚਾਚੇ ਦੀ ਗੱਲ ਕੀਤੀ ਹੈ। ਕੁਝ ਰਚਨਾਵਾਂ ਨੇ ਜਿਨ੍ਹਾਂ ਦੇ ਵਿੱਚ ਬਾਬਲ ਅਤੇ ਤਾਏ ਦੀ ਗੱਲ ਕੀਤੀ ਹੈ। ਕੁਝ ਰਚਨਾਵਾਂ ਇੱਦਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਸਿਰਫ ਬਾਬਲ ਅਤੇ ਮਾਮੇ ਦੀ ਗੱਲ ਕੀਤੀ ਹੈ। ਤਾਂ ਇਸ ਪ੍ਰਤੀ ਤੁਸੀਂ ਜ਼ਰੂਰ ਧਿਆਨ ਦੇਣਾ ਕਿ ਕਿਹੜੀ ਰਚਨਾ ਦੇ ਵਿੱਚ ਕਿਹੜੇ ਰਿਸ਼ਤੇ ਦੀ ਗੱਲ ਕੀਤੀ ਗਈ ਹੈ। ਤਾਂ ਸਾਡਾ ਅੱਜ ਦਾ ਚੈਪਟਰ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।